ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ, ਜੋ ਸਿਮਰੈ ਸੋ ਜੀਵੈ। ਜਿਸਨੂੰ ਕਰਮ ਪ੍ਰਾਪਤ ਹੋਵੈ, ਸੋ ਜਨ ਨਿਰਮਲ ਥੀਵੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀਆ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਰਮ ਸਨਮਾਨਯੋਗ जुगो जुग अटल हाजरा हजूर सर्ब कला भरपूर नाम बाणी के बोहित हलत पलत सवार देन वाले गरीब नवाज धन गुरु ग्रंथ साहिब सच्चे पातशाह महाराज तिन्हां दी पावन पवित्र हजूरी अंदर सज बैठे गुरु प्यारे गुरु सवारे सत्कारयोग सत संगी जनों, आओ जितने भी माई भाईजान सतगुरु महाराज जी की पावन हजूरी विच सज के बैठे हो, सब तो पहला गुरु फतेह नाल साझ करिए। कोई भी रसना गुरु फतेह तो वांझी ना रहे। इक्को वारी कहण ते सरबत संगत गज के आखो जी वाहिगुरू जी का खालसा वाहिगुरू जी की फतेह। लंबेरे समय तो आप जी सतगुरु जी के ताबियादार बन के बैठे हो। सतगुरु कलगीधर पातशाह महाराज जी के चारे फरजंद बाबा अजीत सिंह, बाबा जोरावर सिंह, बाबा फतेह सिंह, बाबा जुझार सिंह साहिब, माता गुजर कौर जी अते समूह चमकौर के आनंदपुर साहब के शहीदों की याद नूं ताज़ा कर रहे हो। बड़े प्यार दे नाल छोटे छोटे बच्चों ने तोतली जही जबान दे नाल कुछ कवितावां, कुछ संखेप रूप दे विच गुरबाणी दे विचों मंगलाचरण, एक ओंकार तो लैके गुरप्रसाद तक कुछ क बच्चों ने बड़ियां इनकलाबी विचारधारा वालियां जिहड़ियां कवितावां साझियां कीतियां। उस तो उपरंत मेरे सत्कारयोग वीर भाई पुष्पिंदर सिंह उन्होंने भी एक कविता समय के हालातों नूं दर्शाउंदी आप जी नाल साझी कीती है। ਜਿਹੜੇ ਅਸੀਂ ਗੁਰਮਤਿ ਸਮਾਗਮ ਮਨਾਉਂਦੇ ਹਾਂ, ਇਹਦਾ ਇੱਕ ਮਕਸਦ ਹੁੰਦਾ ਹੈ ਕਿ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਹੈ। ਤੇ ਕਵੀ ਦਾ ਬੜਾ ਪਿਆਰਾ ਬੋਲ ਹੈ, ਜਿਨਕੇ ਦਿਨ ਮਨਾਤੇ ਹੋ ਉਨकी बात भी बोलो जी माना करो। उनकी बात मनना साडा फर्ज बनता है। सब तो पहली गल तो यह है कि प्यारे बच्चों ने जिहड़ियां कवितावां गाईआं वा, जे आपां उहदा विश्लेषण करन लगिए, जे उहदी व्याख्या करन लगिए, जे उहनूं आपां अगे तो अगे उहदी छाणबीण करन लगिए तो बड़ा लंबा समा लगदा है। संखेप मैं बेनती करदा जावां। पहली गल, जिस कौम के बच्चे, जिस कौम की पनीरी जिहड़ी है वो अपनी कौम के फर्जां नूं जिम्मेवारियां नूं समझण वाली होवे, वो कौम सदा बुलंदियां वालों जाती है, चढ़दी कला वालों जाती है।
ਇਹ ਉਹ ਕੌਮ ਹੈ ਜਿਸ ਕੌਮ ਦੇ ਵਿੱਚ 7-7 ਸਾਲ ਦੇ ਬੱਚੇ ਵੀ ਤੇ 3-3 ਸਾਲ ਦੇ ਬੱਚੇ ਵੀ ਸ਼ਹੀਦੀਆਂ ਦਿੰਦੇ ਨਜ਼ਰ ਆਉਂਦੇ ਨੇ। ਸਤਿਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦੇ ਪਹਿਲੇ ਮੋਢੀ ਹੋਏ ਨੇ। ਸਿੱਖ ਰਾਜ ਦਾ ਪਹਿਲਾ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮੰਨਿਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਮਾਨ ਸੰਭਾਲੀ ਹੈ, ਪੰਜਾਬ ਵੱਲ ਨੂੰ ਧਾਵਾ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਉਹਨਾਂ ਜਲਾਦਾਂ ਨੂੰ, ਉਹਨਾਂ ਜ਼ਾਲਮਾਂ ਨੂੰ, ਉਹਨਾਂ ਪਾਪੀ ਬਿਰਤੀ ਵਾਲੇ ਲੋਕਾਂ ਨੂੰ ਬਣਦੀਆਂ ਯੋਗ ਸਜ਼ਾਵਾਂ ਦਿੱਤੀਆਂ ਤੇ ਸਿੱਖ ਰਾਜ ਦੀ ਨੀਂਹ ਰੱਖੀ ਹੈ। ਇਉਂ ਕਹਿ ਸਕਦੇ ਹਾਂ ਵੀ ਸਿੱਖ ਰਾਜ ਦਾ ਪਹਿਲਾ ਕ੍ਰੀਏਟਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੰਨਿਆ ਗਿਆ। ਤੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਿਹੜੇ ਸੂਰਬੀਰ ਯੋਧੇ ਨੇ ਨਾ, ਉਹ ਕੌਮ ਦੇ ਵਿੱਚ ਇੱਕ ਨਵੀਂ ਜਾਗਰਤੀ ਦੀ ਲਹਿਰ ਪੈਦਾ ਕਰਦੇ ਨੇ। ਮੈਂ ਬੇਨਤੀ ਕੀਤੀ, ਜਿਸ ਕੌਮ ਦੇ ਵਿੱਚ, ਜਿਹੜੀ ਕੌਮ ਦੀ ਪਨੀਰੀ, ਜਿਸ ਕੌਮ ਦੇ ਛੋਟੇ ਛੋਟੇ ਬੱਚੇ ਆਪਣਾ ਆਪਾ ਵਾਰ ਦੇਣ, ਬਾਬਾ ਬੰਦਾ ਸਿੰਘ ਬਹਾਦਰ ਦਾ 3 ਸਾਲ ਦਾ ਪੁੱਤਰ ਅਜੈ ਸਿੰਘ, ਜਿਸ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ, ਧੜਕਦਾ ਹੋਇਆ ਦਿਲ ਉਹਦੇ ਮੂੰਹ ਵਿੱਚ ਪਾਉਣ ਦਾ ਯਤਨ ਕੀਤਾ ਗਿਆ। ਪੁੱਛਿਆ ਗਿਆ, ਬੰਦਾ ਸਿੰਘਾ, ਇੱਕ ਵਕਤ ਸੀ ਕਿ ਤੇਰੇ ਬਾਰੇ ਸੁਣਿਆ ਵੀ ਤੇਰੇ ਕੋਲੋਂ ਹਿਰਨੀ ਦਾ ਸ਼ਿਕਾਰ ਹੋਇਆ ਸੀ ਤੇ ਤੂੰ ਵੈਰਾਗੀ ਹੋ ਗਿਆ ਸੀ। ਅੱਜ ਤੇਰੇ ਪੁੱਤਰ ਦਾ ਦਿਲ ਕੱਢ ਕੇ ਤੇਰੇ ਮੂੰਹ ਵਿੱਚ ਪਾਇਆ ਜਾ ਰਿਹਾ ਕਿ ਅੱਜ ਤੈਨੂੰ ਵੈਰਾਗ ਨਹੀਂ ਹੈ? ਅੱਜ ਤੇਰੇ ਮਨ ਅੰਦਰ ਕੋਈ ਇਦਾਂ ਦਾ ਵੈਰਾਗ ਨਹੀਂ ਹੈ? ਜਾਂ ਅੱਜ ਤੈਨੂੰ ਕੋਈ ਇਦਾਂ ਦਾ ਦਰਦ ਨਹੀਂ ਆ ਰਿਹਾ? ਇੱਕ ਪਾਸੇ ਹਿਰਨੀ ਦੇ ਮਰਨ ਤੇ ਤੂੰ ਦਰਦ ਕੀਤਾ, ਅੱਜ ਤੇਰੇ ਸਾਹਮਣੇ ਤੇਰੇ ਪੁੱਤਰ ਦਾ ਦਿਲ ਕੱਢ ਕੇ ਤੇਰੇ ਮੂੰਹ ਵਿੱਚ ਪਾਇਆ ਜਾ ਰਿਹਾ। ਬੰਦਾ ਸਿੰਘ ਨੇ ਬੜਾ ਪਿਆਰਾ ਜਵਾਬ ਦਿੱਤਾ ਸੀ। ਗੌਰ ਨਾਲ ਸਮਝਿਓ ਸਾਧ ਸੰਗਤ, ਇਹ ਉਹ ਕੌਮ ਹੈ ਜਿਸ ਕੌਮ ਦੇ ਵਿੱਚ ਅਸੀਂ ਪੈਦਾ ਹੋਏ ਹਾਂ ਨਾ, ਇਸ ਕੌਮ ਦੇ ਵਿੱਚ 3-3 ਸਾਲ ਦੇ ਬੱਚੇ ਵੀ ਆਪਣਾ ਇਤਿਹਾਸ ਦੇ ਵਿੱਚ, ਤਵਾਰੀਖ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਗਏ। ਇਹ ਉਹਨਾਂ ਲੋਕਾਂ ਦੀ ਕੌਮ ਨਹੀਂ ਹੈ ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨੇ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾऊं ਮੁਗਲੋं से। ਬੋਲੋ ਸਾਧ ਸੰਗਤ, कैसे लड़ पाऊं? ਮੈਂ ਤਾਂ ਮੁਗਲਾਂ ਦੇ ਨਾਲ ਨਹੀਂ ਲੜ ਸਕਦਾ, ਮੇਰੇ ਕੋਲ ਤਾਂ ਤਾਕਤ ਨਹੀਂ ਹੈ, ਮੈਂ ਇਦਾਂ ਦਾ ਮੇਰੇ ਕੋਲ ਕੋਈ ਜ਼ੁਰਤ ਬਲ ਨਹੀਂ ਹੈ ਮੈਂ ਮੁਗਲਾਂ ਦੇ ਨਾਲ ਟੱਕਰਾ ਲਵਾਂ। ਯਾਦ ਰੱਖਿਓ, ਬੜਾ ਲੰਬਾ ਸਮਾਂ ਭਾਰਤ ਮੁਲਕ ਜਿਹੜਾ ਕਦੇ ਅੰਗਰੇਜ਼ਾਂ ਨੇ ਗੁਲਾਮ ਕੀਤਾ, ਕਦੇ ਅਫਗਾਨੀਆਂ ਨੇ, ਇਸਲਾਮੀਆਂ ਨੇ, ਇਹਨੂੰ ਬਾਰ-ਬਾਰ ਗੁਲਾਮੀ ਦਾ ਜੂੜਾ ਸਹਿਣਾ ਪਿਆ ਤੇ ਇੱਥੋਂ ਦੇ ਲੋਕ ਅਕਸਰ ਹੀ ਗੁਲਾਮੀ ਨੂੰ ਮੰਨਣ ਲਈ ਤਿਆਰ ਹੋ ਗਏ ਸੀ। ਇਹ ਤਾਂ ਸਦਕੇ ਜਾਈਏ, ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ। ਇਹ ਕਿੰਨੇ ਪਿਆਰੇ ਬੋਲ ਨੇ, ਅਦੀਬ ਦੇ ਕਿੰਨੇ ਪਿਆਰੇ ਬੋਲ ਨੇ। जितनी भी हो तारीफ गोविंद की वो कम है, एक आंख से क्या बुलबुला कुल बहर को देखे, लहर को देखे, मंझधार को देखे ਜਾਂ ਸਾਹਿਲ को देखे। ਇਹ ਕਿੰਨੇ ਪਿਆਰੇ ਬੋਲ ਕਹੇ ਨੇ ਅਦੀਬ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਤਾਰੀਫ ਤਾਂ ਇਦਾਂ ਦੀ ਹੈ ਜਿਵੇਂ ਕੋਈ ਬੰਦਾ ਸਮੁੰਦਰ ਦੇ ਵਿੱਚ ਉੱਠਦੀਆਂ ਲਹਿਰਾਂ ਦੀ ਗਿਣਤੀ ਨਹੀਂ ਕਰ ਸਕਦਾ, ਉਹਦੇ ਕਿਨਾਰੇ ਤੇ ਉੱਠਦੇ ਬੁਲਬੁਲਿਆਂ ਦੀ ਗਿਣਤੀ ਨਹੀਂ ਕਰ ਸਕਦਾ, ਉਹਦੀਆਂ ਤਰੰਗਾਂ ਦੀ ਗਿਣਤੀ ਨਹੀਂ ਕਰ ਸਕਦਾ। ਸਤਿਗੁਰੂ ਤੇਰੇ ਪਰ ਉਪਕਾਰਾਂ ਦੀ ਮੈਂ ਗਿਣਤੀ ਨਹੀਂ ਕਰ ਸਕਦਾ। ਵੀ ਕਿੱਡੇ ਵੱਡੇ ਪਰ ਉਪਕਾਰ ਕੀਤੇ ਨੇ ਤੂੰ, ਕਿੰਨਾ ਵੱਡਾ ਇਸ ਭਾਰਤ ਦੇਸ਼ ਤੇ ਤੂੰ ਅਹਿਸਾਨ ਕੀਤਾ। ਪਰ ਵੱਖਰੀ ਗੱਲ ਹੈ, ਜਦੋਂ ਅਕਿਰਤ ਕਣ ਦੀ ਪਰਿਭਾਸ਼ਾ ਪੜ੍ਹੀ ਜਾਂਦੀ ਹੈ ਨਾ, ਅਕਿਰਤ ਕਣ ਪਤਾ ਕਿਹਨੂੰ ਆਖਿਆ ਜਾਂਦਾ? ਜਿਹੜਾ ਕਿਸੇ ਦੇ ਕੀਤੇ ਪਰ ਉਪਕਾਰਾਂ ਨੂੰ ਭੁੱਲ ਜਾਵੇ। ਜੇ ਕੋਈ ਕਿਸੇ ਤੇ ਪਰ ਉਪਕਾਰ ਕਰਦਾ ਨਾ, ਜਦੋਂ ਪਰ ਉਪਕਾਰ ਵਿਸਾਰ ਦੇਗੇ ਨਾ, ਉਸ ਬੰਦੇ ਨੂੰ ਅਕਿਰਤ ਕਣ ਆਖਿਆ ਜਾਂਦਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਵੀ ਜਿਹੜਾ ਕਿਰਤ ਕਣ ਵਿਅਕਤੀ ਹੈ ਨਾ, ਉਹ ਧਰਤੀ ਦੇ ਉੱਪਰ ਭਾਰ ਹੈ, ਬੋਝ ਹੈ। ਸਭ ਤੋਂ ਵੱਡਾ ਭਾਰ ਅਕਿਰਤ ਕਣ ਦਾ ਜਿਹੜਾ ਧਰਤੀ ਨੂੰ ਲੱਗਦਾ, ਉਹ ਕਹਿੰਦੀ ਵੀ ਤੂੰ ਤਾਂ ਕਿਸੇ ਦੇ ਪਰਉਪਕਾਰ ਭੁੱਲ ਗਿਆ, ਤੇਰਾ ਤੇ ਇੱਥੇ ਤੁਰਨਾ ਵੀ ਬੜਾ ਵੱਡਾ ਪਾਪ ਹੈ। ਜਦੋਂ ਤੂੰ ਮੇਰੀ ਛਾਤੀ ਤੇ ਮੇਰੀ ਹਿੱਕ ਤੇ ਪੈਰ ਰੱਖ ਕੇ ਤੁਰਦਾ ਨਾ, ਮੈਨੂੰ ਭਾਰ ਲੱਗਦਾ ਤੇਰਾ। ਸਭ ਤੋਂ ਵੱਡਾ ਭਾਰ ਅਕਿਰਤ ਕਣ ਦਾ ਹੁੰਦਾ। ਭਾਰਤ ਦੇ ਉਹ ਲੋਕ ਅਕਿਰਤ ਕਣਤਾ ਵਾਲਾ ਜੀਵਨ ਅੱਜ ਵੀ ਜੂ ਰਹੇ ਨੇ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਰ ਉਪਕਾਰਾਂ ਨੂੰ ਭੁੱਲ ਕੇ ਬੈਠੇ, ਵਿਸਾਰ ਕੇ ਬੈਠੇ। ਮੈਂ ਤਾਂ ਬੇਨਤੀ ਕਰਦਾ ਉਹਨਾਂ, ਉਹ ਲੋਕ ਵਿਸਾਰ ਜਾਣ ਵੱਖਰੀ ਗੱਲ ਹੈ, ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ
ਵਾਰਸ ਵੀ ਜਦੋਂ ਉਹਨਾਂ ਦੇ ਪਰ ਉਪਕਾਰਾਂ ਨੂੰ ਭੁੱਲ ਰਹੇ ਨੇ ਨਾ, ਕਿੰਨਾ ਪਿਆਰਾ ਬਚਨ ਕਵੀ ਨਿਹਾਲ ਸਿੰਘ ਜੀ ਨੇ ਇੱਕ ਕਵਿਤ ਦੇ ਰਾਹੀਂ ਆਖਿਆ, ਬੜਾ ਸੁੰਦਰ ਬਚਨ ਦਿੱਤਾ ਹੈ, ਬੜਾ ਪਿਆਰਾ, ਬੜੇ ਕਮਾਲ ਦੇ ਬੋਲ ਆਖੇ ਨੇ। ਜਦੋਂ ਬਾਣੀ ਨੂੰ ਪੜ੍ਹਦੇ ਹਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ, ਜਦੋਂ ਸਤਿਗੁਰੂ ਦੇ ਸਨਮੁਖ ਆ ਕੇ ਖੜ੍ਹਦੇ ਹਾਂ, ਅਰਦਾਸ ਬੇਨਤੀ ਕਰਦੇ ਹਾਂ, ਉਸ ਵਕਤ ਅਸੀਂ 10 ਗੁਰੂਆਂ ਨੂੰ ਯਾਦ ਕਰਦੇ ਹਾਂ ਤੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਤੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਮੁਰੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਜਿੰਦੜੀਆਂ ਕੌਮ ਦੇ ਲੇਖੇ ਲਾਈਆਂ। ਤੇ ਨਾਲ ਨਾਲ ਇੱਕ ਗੱਲ ਅਸੀਂ ਇਹ ਵੀ ਕਹਿੰਦੇ ਹਾਂ, ਅਖੀਰ ਦੇ ਵਿੱਚ ਜਾ ਕੇ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਨਾ ਸਿੱਧਾ ਨੇ ਪੁੱਛਿਆ ਸੀ, ਤੇਰਾ ਕਵਣ ਗੁਰੂ, ਜਿਹੜੇ ਬਾਣੀ ਪੜ੍ਹਨ ਵਾਲੇ ਜ਼ਰੂਰ ਪੜ੍ਹਿਓ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਤੇ ਗੁਰੂ ਸਾਹਿਬ ਨੇ ਪਤਾ ਕੀ ਜਵਾਬ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਮੇਰਾ ਗੁਰੂ ਹੈ ਤੇ ਸੁਰਤ ਨੂੰ ਮੈਂ ਚੇਲਾ ਬਣਾ ਲਿਆ। ਸੁਰਤ ਤੇ ਸ਼ਬਦ ਦੇ ਸਮੇਲ ਦਾ ਹੀ ਜਿਹੜਾ ਸਾਂਝ ਜਦੋਂ ਬਣ ਜਾਵੇ ਨਾ ਸ਼ਬਦ ਦੇ ਨਾਲ ਸੁਰਤ ਦੀ, ਇਹ ਗੁਰੂ ਚੇਲੇ ਦਾ ਰਿਸ਼ਤਾ ਹੈ, ਇਹ ਗੁਰੂ ਤੇ ਮੁਰੀਦ ਦਾ ਰਿਸ਼ਤਾ ਹੈ। ਮੁਰੀਦ ਤੇ ਮੁਰਸ਼ਿਦ ਦਾ ਰਿਸ਼ਤਾ ਕੀ ਹੈ? ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾ ਲੈਣਾ, ਸੁਰਤ ਨੂੰ ਸ਼ਬਦ ਦੇ ਹਵਾਲੇ ਕਰ ਦੇਣਾ, ਇਹ ਮੁਰੀਦ ਦਾ ਤੇ ਮੁਰਸ਼ਿਦ ਦਾ ਰਿਸ਼ਤਾ ਬਣ ਜਾਂਦਾ। ਔਰ ਗੁਰੂ ਵਾਲਾ ਹੀ ਉਹਨੂੰ ਆਖਿਆ ਜਾਂਦਾ ਜਿਹੜਾ ਗੁਰੂ ਕੀ ਆਗਿਆ ਦਾ ਪਾਲਣ ਕਰੇ, ਗੁਰੂ ਦੇ ਬਚਨਾਂ ਦੇ ਮੁਤਾਬਕ ਚੱਲੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬੱਚਿਆਂ ਦੀ ਗੱਲ ਛੋਟੇ ਛੋਟੇ ਬੱਚੇ ਕਰ ਰਹੇ ਸੀ, ਉਹਨਾਂ ਤੇ ਦੁੱਖ ਆਏ, ਉਹ ਰਾਤ ਦਾ ਹਨੇਰਾ ਸੀ, ਉਹ ਪਹਾੜੀ ਰਸਤਿਆਂ ਵਿੱਚ ਦੀ ਗੁਜ਼ਰ ਗਏ, ਉਹ ਬਿਰਧ ਮਾਂ ਠੰਡੇ ਬੁਰਜ ਵਿੱਚ ਬੈਠ ਗਈ, ਉਹ ਨਿੱਕੇ ਨਿੱਕੇ ਬਾਲ ਸਰਹੰਦ ਦੀਆਂ ਦੀਵਾਰਾਂ ਵਿੱਚ ਖੜ ਗਏ, ਉਹਨਾਂ ਨੂੰ ਜ਼ਿਬਾ ਕੀਤਾ ਗਿਆ, ਉਹਨਾਂ ਨੂੰ ਗਲੇਲੇ ਮਾਰੇ ਗਏ, ਉਹਨਾਂ ਦੇ ਤਨ ਤੇ ਚਾਬਕਾਂ ਮਾਰੀਆਂ ਗਈਆਂ, ਸ਼ਮਕਾਂ ਮਾਰੀਆਂ ਗਈਆਂ, ਇਤਿਆਦਿਕ ਬੜੇ ਤਸੀਹੇ ਦਿੱਤੇ। ਪਰ ਇਹ ਸਾਰਾ ਕੁਝ ਦੇ ਮਗਰ ਕੀ ਸੀ? ਅਸਲ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੀ ਦੇਣਾ ਚਾਹੁੰਦੇ ਸੀ ਕੌਮ ਨੂੰ, ਕੀ ਦੇਣਾ ਚਾਹੁੰਦੇ ਸੀ ਦੁਨੀਆ ਨੂੰ? ਉਹ ਦੁਨੀਆ ਨੂੰ ਦੇਣਾ ਚਾਹੁੰਦੇ ਸੀ ਆਜ਼ਾਦੀ ਵਾਲਾ ਜੀਵਨ, ਸੁਰਖਰੂ ਜੀਵਨ, ਜਿੱਥੇ ਹਰ ਬੰਦਾ ਆਜ਼ਾਦੀ ਦਾ ਨਿੱਘ ਮਾਣ ਸਕੇ। ਜਿੱਥੇ ਸਤਿਗੁਰੂ ਮਹਾਰਾਜ ਇੰਨਾ ਕੁਝ ਦੇਣਾ ਚਾਹੁੰਦੇ ਸੀ, ਉੱਥੇ ਨਾਲ ਇਸ ਪੰਥ ਨੂੰ ਇੱਕ ਗ੍ਰੰਥ ਵੀ ਦੇ ਕੇ ਗਏ ਨੇ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਹੋ ਹੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਕੌਮ ਨੂੰ ਸਾਰੀ ਵਿਆਖਿਆ ਕਰਕੇ ਸਮਝਾ ਦਿੱਤੀ ਕਿ ਸ਼ਬਦ ਤੋਂ ਵੱਡਾ ਕੋਈ ਗੁਰੂ ਨਹੀਂ ਹੈ, ਬਾਣੀ ਤੋਂ ਵੱਡਾ ਕੋਈ ਗੁਰੂ ਨਹੀਂ ਹੈ। ਗੁਰੂ ਰਾਮਦਾਸ ਪਿਤਾ ਜੀ ਨੇ ਵੀ ਇਹਨੂੰ ਬਾਣੀ ਗੁਰੂ ਹੈ ਬਾਣੀ ਆਖਿਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹਨੂੰ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਇਹ ਬਾਣੀ ਨੂੰ ਕਿੱਡਾ ਵੱਡਾ ਅਹੁਦਾ ਦਿੱਤਾ, ਰੁਤਬਾ ਦਿੱਤਾ। ਸਤਿਗੁਰੂ ਨੇ ਗੁਰੂ ਆਖ ਕੇ ਨਵਾਜਿਆ ਤੇ ਅੱਗੇ ਸਾਨੂੰ ਵੀ ਹੁਕਮ ਕੀਤਾ ਵੀ ਬਾਣੀ ਦੇ ਲੜ ਲੱਗਣਾ, ਬਾਣੀ ਹੀ ਸਿੱਖ ਦੇ ਜੀਵਨ ਦਾ ਪਾਰ ਉਤਾਰੇ ਦਾ ਸਾਧਨ ਹੈ। ਜ਼ਰਾ ਗੌਰ ਨਾਲ ਸਮਝਿਓ ਇਸ ਗੱਲ। ਸਤਿਗੁਰੂ ਮਹਾਰਾਜ ਨੇ ਸਾਨੂੰ ਬਾਣੀ ਦੇ ਲੜ ਲਾਇਆ ਤੇ ਬੜਾ ਸੋਹਣਾ ਮੈਂ ਕਵਿਤ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਆਸ ਹੈ ਵੀ ਉਹਨੂੰ ਸਮਝੋਗੇ, ਆਸ ਹੈ ਕਿ ਉਹਦੇ ਮੁਤਾਬਕ ਵੀ ਅਸੀਂ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਾਂਗੇ। ਕਵੀ ਨਿਹਾਲ ਸਿੰਘ ਨੇ ਨਾ ਦੁਨੀਆ ਦੇ ਲੋਕਾਂ ਦੇ ਭਰੋਸੇ ਗਿਣੇ ਆ। ਸਾਧ ਸੰਗਤ ਜਦੋਂ ਅਰਦਾਸ ਕਰਦੇ ਆ ਭੈਣੋ ਧਿਆਨ ਰੱਖਿਓ, ਆਪਾਂ ਇੱਥੇ ਮੰਗਣਾ ਸਾਰਿਆਂ ਨੇ ਖੜ ਕੇ ਸਿੱਖਾਂ ਨੂੰ, ਬੋਲੋ ਸਾਧ ਸੰਗਤ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਕਿੰਨੀ ਪਿਆਰੀ ਮੰਗ ਰੱਖੀ ਅਸੀਂ ਗੁਰੂ ਸਾਹਿਬ ਜੀ ਦੇ ਅੱਗੇ। ਤੇ ਸਭ ਤੋਂ ਪਹਿਲੀ ਗੱਲ ਕੀ ਮੰਗੀ ਅਸੀਂ? ਸਿੱਖੀ ਦਾਨ, ਕੇਸ ਦਾਨ। ਕਿਹੜਾ ਐਸਾ ਦੁਨੀਆ ਦਾ ਵਿਅਕਤੀ ਹੈ ਜਿਹਨੂੰ ਗੁਰੂ ਰੱਬ ਨੇ ਕੇਸ ਨਹੀਂ ਦਿੱਤੇ? ਹਾਂ, ਕੋਈ ਵਿਰਲਾ ਹੋ ਜਿਹਦੇ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਉਹਦੇ ਕੇਸ ਝੜ ਗਏ ਹੋਣ। ਦੁਨੀਆ ਦਾ ਹਰ ਵਿਅਕਤੀ ਰੱਬ ਦੀਆਂ ਦਿੱਤੀਆਂ ਨਿਆਮਤਾਂ ਨੂੰ ਮਾਣ ਰਿਹਾ ਹੈ। ਸਿੱਖੀ ਦਾਨ, ਇਹ ਸਿੱਖ ਜਦੋਂ ਨਾ ਪਹਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ ਰਾਤਾਂ ਗੁਜ਼ਾਰਦੇ ਸੀ ਨਾ, ਖਾਣ ਵਾਸਤੇ ਕੁਝ ਨਹੀਂ ਸੀ ਮਿਲਦਾ, ਭਾਵੇਂ ਛੋਲਿਆਂ ਨੂੰ ਬਦਾਮ ਕਹਿ ਕੇ ਛਕ ਲੈਂਦੇ ਸੀ। ਉਹ ਕਵੀ ਦੇ ਬੋਲ ਪੜ੍ਹਦੇ ਨੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਇੱਕ ਮੁੱਠ ਛੋਲਿਆਂ ਦੀ ਖਾ ਕੇ, ਪਾਣੀ ਦਾ ਗਲਾਸ ਪੀ ਕੇ ਉਹ ਗੁਜ਼ਾਰਾ ਕਰਨ ਵਾਲਿਆਂ ਨੇ ਰਾਤ ਦਿਨ ਜਦੋਂ ਗੁਰੂ ਦੇ ਅੱਗੇ ਅਰਦਾਸ ਕੀਤੀ ਨਾ ਤੇ ਮੰਗਿਆ ਕੀ? ਸਿੱਖਾਂ ਨੂੰ, ਬੋਲੋ ਸਾਧ ਸੰਗਤ,
ਸਿੱਖੀ ਦਾਨ, ਵੀ ਮਹਾਰਾਜ ਸਿੱਖੀ ਨਹੀਂ ਜਾਣੀ ਚਾਹੀਦੀ। ਜਿਸ ਦਿਨ ਭਾਈ ਤਾਰੂ ਸਿੰਘ ਪੂਲੇ ਪਿੰਡ ਦੀ ਧਰਤੀ ਤੋਂ ਨਾ ਲਾਹੌਰ ਵੱਲ ਨੂੰ ਰਵਾਨਾ ਹੋਣ ਲੱਗਾ ਨਾ, ਤੇ ਮਾਂ ਦੇ ਕੋਲ ਮਾਂ ਨਾਲ ਗਲਵਕੜੀ ਪਾ ਕੇ ਤੇ ਇੱਕ ਵਾਰੀ ਜਾਂਦੀ ਵਾਰ ਦਾ ਮਾਂ ਨੂੰ ਮਿਲਣ ਲੱਗਾ, ਤੇ ਜਾਂਦੀ ਵਾਰ ਮਾਂ ਨੂੰ ਮਿਲਣ ਤੋਂ ਬਾਅਦ ਨਾ ਉਹਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚਿਆ ਪਾਤਸ਼ਾਹ ਮੈਂ ਲਾਹੌਰ ਵੱਲ ਨੂੰ ਚੱਲਿਆ ਤੇ ਲਾਹੌਰ ਵੱਲ ਨੂੰ ਗਿਆ, ਅੱਜ ਤੱਕ ਕੋਈ ਵਾਪਸ ਨਹੀਂ ਮੁੜਿਆ, ਕਿਉਂਕਿ ਜ਼ਕਰੀਆ ਖਾਨ ਦੀ ਬਿਰਤੀ ਬੜੀ ਕੱਟੜ ਹੈ, ਬੜੀ ਤੰਗ ਦਿਲੀ ਵਾਲਾ ਹੈ, ਬੜੀ ਖਤਰਨਾਕ ਸੋਚ ਵਾਲਾ ਹੈ। ਕਿ ਸੱਚੇ ਪਾਤਸ਼ਾਹ ਮੈਂ ਵਾਪਸ ਤਾਂ ਮੁੜਨਾ ਨਹੀਂ, ਪਰ ਮੇਰੀ ਇੱਕ ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੈਂ ਲਾਹੌਰ ਦੀ ਧਰਤੀ ਤੇ ਜਾ ਕੇ ਭਾਵੇਂ ਸ਼ਹੀਦੀ ਪ੍ਰਾਪਤ ਕਰ ਜਾਵਾਂ, ਪਰ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਣੀ ਚਾਹੀਦੀ ਹੈ। ਮੇਰੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ, ਕਿਸੇ ਰਾਜੇ ਮਹਾਰਾਜੇ ਦੇ ਅੱਗੇ ਮੈਨੂੰ ਸਿਜਦਾ ਨਾ ਕਰਨਾ ਪਵੇ। ਮੇਰੀ ਇੱਕੋ ਅਰਦਾਸ। ਮੈਂ ਖੈਰ ਬੇਨਤੀ ਜਿਹੜੀ ਕਰ ਲੱਗਾ ਸੀ, ਜਦੋਂ ਅਸੀਂ ਅਰਦਾਸ ਕਰਦੇ ਤੇ ਇਹ ਬੰਦ ਪੜ੍ਹਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਅਗਲਾ ਕੀ ਹੈ ਜੀ? ਭਰੋਸਾ ਦਾਨ। ਵੀ ਮਹਾਰਾਜ ਤੁਹਾਡੇ ਤੇ ਸਾਡਾ, ਬੋਲੋ ਜੀ, ਭਰੋਸਾ ਬਣ ਜੇ। ਸਤਿਗੁਰੂ ਤੁਹਾਡੇ ਤੋਂ ਬਿਨਾ ਸਾਡਾ ਕਿਤੇ ਹੋਰ ਭਰੋਸਾ ਨਾ ਹੋਵੇ, ਅਸੀਂ ਭਰੋਸਾ ਟਿਕਾਈਏ ਤੇ ਤੁਹਾਡੇ ਤੇ ਟਿਕਾਈਏ, ਸਾਡਾ ਹੋਰ ਕਿਤੇ ਭਰੋਸਾ ਨਾ ਹੋਵੇ। ਅੱਛਾ ਹੁਣ ਗੌਰ ਨਾਲ ਸਮਝਿਓ, ਕਵੀ ਨਿਹਾਲ ਸਿੰਘ ਨੇ ਨਾ ਕਵਿਤ ਲਿਖਿਆ, ਉਹ ਕਹਿੰਦਾ ਕਾਹੂ ਕੋ ਭਰੋਸੋ ਤੋਂ ਜ਼ਮੀਨ ਕੋ ਜਮਾਨੇ ਵਿੱਚ। ਇਸ ਦੁਨੀਆ 'ਚ ਝਾਤੀ ਮਾਰ ਕੇ ਵੇਖੀਏ ਕਿ ਕਿੰਨੇ ਲੋਕ ਨੇ ਤੇ ਕਿੱਥੇ ਕਿੱਥੇ ਭਰੋਸਾ ਟਿਕਾ ਕੇ ਬੈਠੇ ਨੇ। ਕਿਹੜੀ ਕਿਹੜੀ ਚੀਜ਼ ਦਾ ਗੌਰਵ ਕਰਦਾ ਹੈ ਬੰਦਾ, ਕਿਹੜੀ ਕਿਹੜੀ ਚੀਜ਼ ਦਾ ਮਾਣ ਕਰਦਾ ਹੈ, ਫਖਰ ਕਰਦਾ ਹੈ। ਉਹ ਕਵੀ ਨਿਹਾਲ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਕਾਹੂ ਕੋ ਭਰੋਸੋ ਤੋਂ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ पे, काहू को भरोसो भारी शाह पातशाह मीत, काहू को भरोसो तो कुटुंबी करे काज पे, काहू को भरोसो चार चातरी चलाकी चोख। ये जिन्ने लोग ने ना दुनिया दे विच बड़े बड़े विद्वान, किसी नूं विद्या दा भरोसा हुंदा है, मान हुंदा भी मैं विद्या दे आसरे किसी नूं हरा देवांगा, किसी नूं धन दा भरोसा हुंदा भी मेरे वर्गा धन थोड़ी। जिहड़े लोग अक्सर ही जिहड़े राजनीतिक लोग जदों इलैक्शनां लड़दे ने ना, उत्थे एक गल कही जाती भी अपने कोल वाधू पैसा, आपां पैसे नाल वोट खरीद लैनी है। उन्हां नूं अपने धन दा ही हंकार मान हुंदा, वो अपने धन ते भरोसा टिका के बैठे हुंदे ने। किसी नूं अपने तन दा भरोसा हुंदा है, किसी नूं अपने बल दा, ताकत दा भरोसा हुंदा है। हर बंदे दा किते ना किते भरोसा टिकिया हुंदा है। इत्थों तक भी कि धार्मिक लोग इस गल दा भरम पाल के भरोसा करके बैठे हुंदे भी मेरे वर्गा ते संत महापुरख ब्रह्म ज्ञानी कोई नहीं दुनिया विच। ते कुछ लोग इदां दे भी दुनिया च हुंदे ने जिहड़े चारक चतुराइयां लैके ना तुरे फिरदे ने, चलाकियां, ते उह चलाकी ने सियाणे बने फिरदे दुनिया च। ते गुरु ग्रंथ साहब जी की बाणी ने पता की आख्या, ए मन चंचला चतुराई किने ना पाया। आ तां भुलेखा है ना चतुराइयां दा, चलाकियां वाला तां भुलेखा ही है ना। ए मन प्यारिया तू सदा सच संभाले, चतुराई किने ना पाया, करना की है सदा सच संभाले। ये कुटुंब तू जे देखदा जिहड़ा चतुराइयां वाला सारा कोड़मा कबीला इकट्ठा करके बैठा ना, चले नाही तेरे नाले, साथ तेरे चले नाही, तिस नाल क्यों चित लाइए, ऐसा काम मूले ना कीजे जित अंत पछोताइए। सतगुरु का उपदेश सुन तू, आ कितना प्यारा बचन आख्या, ऐसा काम मूले ना कीजे जित अंत पछोताइए। महाराज की करना है, सतगुरु का उपदेश सुन तू होवे तेरे नाले, कहे नानक मन प्यारे तू सदा सच संभाले। भी प्यारिया मना सच संभाल, ये तेरे नाल निभण वाला है। चतुराइयां ते चलाकियां बंदे दा साथ देण वालियां नहीं हन। सहस सियाणपां लख होए तां एक ना चले नाल। नाले भी आख्या, नानक दुनिया कियां वडियाइयां अगी सेती जाल, इनी जली नाम विसारिया एक ना चलिया नाल। नाल निभण वाला की है, होवे तेरे नाले। सतगुरु का उपदेश सुन तू होवे तेरे नाल। ये नाल निभण वाली चीज़ है, जीवन च साथ देण वाली चीज़ है। करता पुरख वाहिगुरु दा नाम, गुरु दी सिक्ख्या, गुरु दा संदात तेरे जीवन विच काम आउण वाला है। इसलिए मेरे मना इनू संभाल। खैर कवि निहाल सिंह जी ने लिखा कि काहू को भरोसो चार चातरी चलाकी चोख। हुण जे गौर ना समझियो
ਕਿਸੇ ਨੂੰ ਧਨ ਦਾ ਭਰੋਸਾ, ਕਿਸੇ ਨੂੰ ਆਪਣੀ ਸੁੰਦਰਤਾ ਦਾ ਭਰੋਸਾ, ਕਿਸੇ ਨੂੰ ਆਪਣੇ ਬਲ ਦਾ ਭਰੋਸਾ, ਕਿਸੇ ਨੂੰ ਸੰਤਗੀਰੀ ਦੀ ਮਜਾਜ ਦਾ ਭਰੋਸਾ, ਕਿਸੇ ਨੂੰ 4 ਕਿਤਾਬਾਂ ਪੜ੍ਹ ਕੇ, ਕਿਸੇ ਨੂੰ ਰਾਗ ਵਿਦਿਆ ਹਾਸਲ ਕਰਕੇ ਇਸ ਗੱਲ ਦਾ ਭਰੋਸਾ ਕਿ ਮੇਰੇ ਵਰਗਾ ਤਾਂ ਕੋਈ ਦੁਨੀਆ ਦੇ ਵਿੱਚ ਰਾਗ ਨਹੀਂ ਗਾ ਸਕਦਾ, ਮੇਰੇ ਵਰਗਾ ਤਾਂ ਕੋਈ ਦੁਨੀਆ ਵਿੱਚ ਪ੍ਰਚਾਰਕ, ਕਥਾਵਾਚਕ ਜਾਂ ਕੋਈ ਗਿਆਨੀ ਨਹੀਂ ਪੈਦਾ ਹੋਇਆ। ਇਹ ਹਰ ਬੰਦਾ ਇਦਾਂ ਦਾ ਭਰਮ ਪਾਲ ਕੇ ਭਰੋਸਾ ਬਣਾ ਕੇ ਬੈਠਾ। ਪਰ ਜਦੋਂ ਕਵੀ ਨਿਹਾਲ ਸਿੰਘ ਨੂੰ ਪੁੱਛਿਆ ਗਿਆ ਵੀ ਤੁਹਾਡਾ ਵੀ ਕਿਤੇ ਭਰੋਸਾ ਟਿਕਿਆ, ਤੇ ਉਹਨਾਂ ਨੇ ਬੜਾ ਪਿਆਰਾ ਅੱਗੋਂ ਜਵਾਬ ਦਿੱਤਾ। ਕਹਿਣ ਲੱਗੇ, ਕਾਹੂ ਕੋ ਭਰੋਸੋ 4 ਚਾਤਰੀ ਚਲਾਕੀ ਚੋਖ, ਮੋਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੇ। ਜੇ ਮੇਰਾ ਭਰੋਸਾ ਹੈ ਨਾ ਤੇ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਪਰ, ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ। 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਜਿਨ੍ਹਾਂ ਦੇ ਬਾਰੇ ਦੁਸ਼ਮਣ ਵੀ ਇਹ ਗੱਲ ਆਖ ਕੇ ਗਿਆ ਸੀ, ਖੜ ਕੇ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਿਆਂ ਹੀ ਉਹਨੇ ਇਹ ਗੱਲ ਆਖੀ ਸੀ, ਫਿਰਕਾ ਇਨਕਾ ਅਪਰ ਅਪਾਰਾ, ਹਿੰਦੂ ਤੁਰਕਣ ਤੇ ਹੈ ਨਿਆਰਾ, ਸਿੰਘ ਸਿੰਘਣੀ ਜਬ ਮਰ ਜਾਏ ਹੈ, बैठत हलवा तुरंत बनाए हैं, क्रिया कर्म करावत नाही, गंगा हड्डियां पावत नाही। जदों दुश्मन भी आके किते सिखां दी तारीफ करदा सी ना भी ये करदे की ने, ना ये गंगा ते हड्डियां पाउण जांदे, ना ये क्रिया कर्म करदे, इन्हां दे घर विच कोई सोग दी लहर भी उठे ना, ये उन्हों भी शुक्र करके मान लेंदे भी रब्बा तेरा शुक्र है, जिसकी बस्त सोई लै जाएगा, रोस किसी स्यों कीजै। इन्हां दे घर दुख भी आवे तां दुख नूं भी सुख करके मनदे ने, इन्हां दे घर कोई दर्द पीड़ा भी होवे ना, ये कहंदे तेरा शुक्र है, कोई नहीं तेरे भाणे च है सारा कुछ। खैर, जदों 18वीं सदी दे सिखां दा इतिहास पढ़ के वेखो, दुश्मन आया पंजाब दी धरती ते। अज जिस धरती ते तुसीं बैठे हो कोई आम धरती नहीं है, ये वो धरती जिथे हरी सिंह नलूए दे घोड़े दीयां टापां पैंदियां सी, ये वो धरती है सियालकोट दा आ रस्ता जिधरों गुरु नानक साहब किधरे लंघते रहे ने। असी एवें नहीं बैठे इस धरती के उपर, जे बैठे हैं ना गुरु दियां बख्शिशां, गुरु दे इस धरती ते चरण पे ने, गुरु दियां ओ दित्तियां मेहरां करके असी अज जिउ रहे हैं, गुरु के प्यारे हो जे सिक्खी दा निग मान रहे हैं। खैर, मैं जिहड़ी अर्ज कर लगा सी, दुश्मन इस धरती ते आया, अबदाली वर्गे आए, नादर वर्गे आए, ते ਉਹ भी इस गल की तारीफ करके गए भी ना भाई ये तो ना हिंदू ने ते ना ये मुसलमान ने, फिरका इनका अपर अपारा, हिंदू तुरकन ते है न्यारा, ये ना हिंदू ने ते ना ये मुसलमान ने, ये तो नवेकली कौम है, ये तो खंडे की धार विचों साजी हुई कौम है। फिरका इनका अपर अपारा, हिंदू तुरकन ते है न्यारा, सिंह ਸਿੰਘਣੀ जब मर जाए हैं। इन्हां दे घर विच जदों ਸਿੰਘ ते ਸਿੰਘਣੀ चढ़ाई करते हैं ना, ये रोंदे ने, धाई नहीं मारते, ये उच्ची उच्ची हाहाकार नहीं मचाउंदे, करदे की ने, बैठत हलवा तुरंत बनाए है। हलवा कहंदे वो कड़ाह प्रशादी देग नूं, इन्हां दे घर विच कड़ाह प्रशादी देग बनदी है, सारे इकट्ठे बैठ के पढ़दे ने। की पढ़दे ने? आनंद भया मेरी माए। ये तां उदों भी आनंद कहंदे ने भी आनंद चासी, ये सारे रल के आनंद पढ़दे ने, आनंद आखदे ने भी दाता असीं भाणे च आनंद च। सिंह ਸਿੰਘਣੀ जब मर जाए हैं, बैठत हलवा तुरंत बनाए हैं, क्रिया कर्म करावत नाही, ये तो क्रिया कर्म नहीं करते, गंगा हड्डियां पावत नाही, ये गंगा हड्डियां पाउण नहीं जाते। पंजाब वाले गंगा नूं तुर जाते, इत्थों वाले अखनूर नूं तुर जाते ने, फर्क तो कोई भी नहीं है। गंगा हड्डियां पावत नाही, क्रिया कर्म करावत नाही, ये प्राणी दे चढ़ाई करन तो बाद ओदियां हड्डियां चुक के ते किसी खास स्थान ते नहीं पहुंच जाते। इन्हां दे विच क्योंकि हिंदू मत विच एक प्रचलित एक ख्याल सी कि जे हरद्वार की धरती ते जाके हड्डियां प्राणी दियां पाईयां जाण, उहनूं मुक्ति मिल जाती, मुक्त हो जाता है, तो वह स्वर्ग विच पहुंच जाता है। इत्यादि गल्लां जिहड़ियां ऐसे धार्मिक लोगों ने ख्याल पैदा किए, उसे तर्ज के उपर साडे सिख भाईचारा भी कोई कीरतपुर साहब, कोई गोइंदवाल साहब, कोई किते भज्जा फिरदा है। माफ करियो, गुरधामां दे दर्शन दीदारे करने माड़ी गल नहीं है, पर भावना गलत लैके गुरधामां ते जाना सब तो माड़ी गल हुंदी है। खैर, एक वक्त सी जदों कवि ये आखदा लिखदा भी सिखां दे जीवन की तारीफ दुश्मन भी करके गया। वो कहंदा गंगा हड्डियां पावत नाही, करदे की ने? कहंदा गुरु नानक जो कथी कलाम, गुरु नानक की बाणी ते विश्वास करन वाले ने,
गुरु नानक दी बाणी दा निग मानण वाले ने, गुरु नानक दे धीआं पुत्तर बन के जीउण वाले ने। ये तां छोलियां नूं बदाम कह के छक लैंदे ने, रातां घोड़ियां दीयां काठियां ते गुजार दिंदे ने, जंगलां बेलियां विच गुजार दिंदे ने। ये तां परवाह नहीं करदे, पर रात दिन पढ़दे ने। राज करेगा, राज करेगा, ये रात दिन पढ़ते ने। फिर उस वक्त नादर शाह ने आख्या सी भी बादशाह सलामत बन के एक गल कही, बादशाह होंदियां ये नादर शाह ने बादशाह होंदियां गवर्नर जकरिया खान ने वो कहंदा भी इदां दे सिख ने। वो कहंदा फिर जकरिया खान वो समा दूर नहीं है, वो समा बहुत नेड़े है जदों ये फरिश्ते इस धरती ते राज करनगे, इन्हां दा राज होवेगा। इन्हां नूं राज करन तो कोई रोक नहीं सकदा। उन्होंने राज पैदा भी किया, उन्होंने दिल्ली नूं फतेह किया, उन्होंने वड्डे वड्डे धाड़वियां दे दंद खट्टे कर दिते, मूँह मोड़ दिता, उन्होंने वापस कर दिता। एडे वड्डे वड्डे योधे इस कौम दे विच पैदा होए। वो पैदा किवें होए सी? क्योंकि उन्होंने भरोसा अपना टकाया सी केवल ते केवल गुरु की बाणी ते। कलगीधर पातशाह महाराज जी ने भी खालसा पंथ नूं ये हुक्म कीते सन, जिथे बाकी हुक्म कीते सी मर्यादा दे, उत्थे इहो आख्या सी कि बाणी दे लड़ लगे रहना। मेरा खालसा मड़ियां मसाणा नूं नहीं पूजेगा, मेरा खालसा दही धारियां नूं नहीं पूजेगा, मेरा खालसा चमड़े दीयां मूर्तियां, चमड़े दीयां मूर्तियां समझदे जदों कोई व्यक्ति आ जाए तो उहदे पैरां नूं हत्थ लाई जाने भी महापुरख आ गए ने, बाबा जी आ गए ने। गुरु ग्रंथ साहब जी तो वड्डा बाबा संसार च किहड़ा हो सकता है? गुरु ग्रंथ साहब जी तो वड्डा बाबा किहड़ा दुनिया च हो सकता है? देहधारी नूं आखदे लोक बाबा, मर जावे ते नवां बनावदे ने, जदों मर जांदा ते फिर बाबा नवां पैदा हो जांदा। अज तां अगे तो अगे एक बाबा मरदा, उहदा बच्चा भावें 7 साल दा होवे, उहनूं भी लोकी पैरी हत्थ लाई जांदे। जे ते एक डॉक्टर जदों चढ़ाई कर जावे ना ते उहदे बच्चे नूं कोई डॉक्टर नहीं मनदा जिन्नी देर तक उहने डिग्री ना कीती होवे। वकील चढ़ाई कर जाए तो वकील के बच्चे नूं कोई नहीं कहता भी ये वकील है। किसी अध्यापक चढ़ाई कर जाए तो वो बच्चे नूं कोई नहीं कहता तू अध्यापक, कहते तू तो पढ़िया ही नहीं, तैनूं अध्यापक किवें मन्नीए। पर कोई बाबा मर जाए तो वो बच्चे नूं कहते संत दा बच्चा, महापुरख दा बच्चा। ये कमाल की गल है। ये किहड़ी अध्यात्मकता की डिग्री है? ये किहड़ी बंदा डिग्री लैके पैदा होया? साध संगत बाणी नूं बाबा आख्या, बाणी तो वड्डा बाबा किहड़ा दुनिया च हो सकता है? ते देहधारियां दे लड़ नहीं सानू लाया, रहत मर्यादा विच रहण लई आख्या। ये 4 पुत्र गुरु साहब ने एवें नहीं साडे वास्ते वारे, इस साडी कौम नूं नवां जीवन देण वास्ते सतगुरु ने सरबंस कुर्बान किया। ये थोड़ी आख्या सी कि तू देहधारियां दे पैरां 'च जाके डिगदा फिरी, ये थोड़ी आख्या सी कि स्वाह दीआं पुड़ियां ते विश्वास करदा फिरी, ये थोड़ी आख्या सी कि गिट्टियां नूं काले रंग दे धागे बन्नी फिरी। कि कोई हरे रंग दे बन्नी फिरदा, कोई काले रंग दे बन्नी फिरदा, कोई कौडियां ते विश्वास करी जांदा, कोई हरियां हरियां कबरां ते जाके मत्थे टेकी जांदा। वो कमाल दी गल, कोई दिनां दे भरम करी जांदा। सिख की होया ते भरम की होया? सिख ने तो भरम करना ही नहीं ना। गुरु साहब जी ने जदों कड़ा पवाया सी ना, क्यों पवाया सी? शनिवार के दिन एक व्यक्ति आके कहंदा भी गुरु साहब ने आप आए उन्होंने कुछ दक्षिणा दी भी, वो कहता मैं शनि की पूजा करनी है, अज शनिवार है। महाराज ने कुछ दक्षिणा दे दी कोलों, कुछ सतगुरु सच्चे पातशाह ने मां दे दिते उन्होंने भी सिखां नूं भी परख के वेखिए भी कित्थे को खड़े ने। बस 2-4 मिनट दे विच मैं समाप्ति करांगा। सतगुरु महाराज ने वेखना चाहया भी ये सिख कित्थे को खड़े ने, किहो जिहा जीवन है इन्हां दा। कि महाराज दे कोलों दक्षिणा लैके सिखां दे कोल आया, सिखां ने उहदे कोलों मां भी खोले ते लोहा भी जिहड़ा उहदे कोल सी खो लिया, वो बना के उहदे लोहे दे कड़े पा ले, ते जिहड़ा उहदे कोल मां सी जां तेल सी, उस तेल दे विच बना के मां दे उन्हां बड़े बना के छक लियो। कहंदे सिख भरम नहीं करदे, तू भावें जो मर्जी कर। वो रोंदा गया गुरु साहब जी दे कोल भी महाराज तुहाडे सिखां ने आ कीता। सतगुरु मुस्कुराए ते आखण लगे भी मैं तां तुहाडी परख ही कीती सी, भला तुसीं कित्थे खड़े हो। जे दादू की समाध वाल नूं एक बारी तीर चुकदा है ना, तो इहदा अर्थ यह नहीं कि गुरु साहब किसी कबर नूं नमस्कार कर रहे हैं। वो तो सिखां नूं वेखना चाहुंदे भी कित्थे खड़े ने, सिखां दा जीवन वेखना चाहुंदे आ। जे आनंदपुर साहब की धरती ते शेर की खल गधे दे उपर पा के छड्डिया जांदा है ना, तो गुरु साहब समझाउण लई छड्डदे भी गधे दे उपर शेर की खल पा के छड्ड दिता। लोग घरां नूं वड़ गए, आपो अपने अंदर ही वड़ गए भी शेर आ गया, शेर आ गया। सारे लोग डर गए। भाई उदय सिंह ने शिकार किया तो शेर की खल ला के लियांदी, गधे के उपर मड़ दी गई। गधा सारी रात घूमदा रहा ते रात वो घुमियार दे गधियां विच जाके वड़ गया।
गधियां विच जाके वड़ गया। लोगों ने वेख्या सवेरे भी शेर तो गधियां विच खलोता है। ते महाराज दे कोल भी वो खबर पुजी। सतगुरु महाराज मुस्कुराए, आखन लगे भी शेर दी खाली सी है की सी? बोलो साध संगत, खाली शेर दी मड़ी सी ना। महाराज कहंदे डरो ना, डरन दी लोड़ नहीं, तो है ही गधा है, क्योंकि इन्हें खल शेर दी मड़ी है, तुसी डरी जांदे हो गधियां तो ही। पर एक गल चेता रखियो, इत्थे भी गुरु साहब ने बड़ा वड्डा सुनेहा दिता सी, किते शेरां दा बाणा पा के ते कर्म, बोलो साध संगत, गधियां वाले ना हो जाए, कर्म गधियां वाले ना हो जाण, बाणा शेर दा होवे सिख दा। ते सिख अज भी तां करदे ने ना, बहुते बाणे वाले भी किते ना किते मत्थे टेकी जांदे ने। फैमिली डॉक्टर तो सुने सी, हुण फैमिली बाबे भी बन गए ने। फैमिली बाबे साडा तां महापुरख आए, खंडे बाटे की पौल तो गुरु साहब ने दिती सी। हुण पुछो भी कित्थों अमर छकिया? कहंदा नानक सरियां तो छकिया, मिशनरियां तो छकिया, टकसालियां तो छकिया, मैं तो संप्रदाइयां तो छकिया, मैं तो नील धारियां तो छकिया। हद हो गई है। गुरु कलगीधर पातशाह महाराज खंडे बाटे की पौल दे के गए। सिख की निशानी अज परखनी ना भी किहदा सिख है, उहदा गात्रा वेखो, नीले रंग का गात्रा मैं फलाने का अमृत छकिया, चिट्टे रंग का गात्रा मैं फलाने तो छकिया। गात्रियां दे रंग वखरे वखरे होण, पर तू गिरगट वांगू रंग ना किते बदली। तेरा गुरु एक है, तेरा बाणा एक है, तेरा पंथ एक है, तेरा ग्रंथ एक है, तेरा कोई दूजा रस्ता नहीं। गुरु के प्यारिओ, जेड़े अपने मालिक नूं छड्ड जाना, इक्को बाणी की पंक्ति सांझी करके समाप्ति कर देवां। सतगुरु ने आख्या, खसम छोड़ दूजे लगे डूबे से वणजारिया। सतगुरु है बोएथा विरले किने विचारिया। बोएथा दा अर्थ पता की हुंदा? जहाज। ते जहाज ते बैठ के समुंदर भी पार कर लईदा, जहाज ते बैठ के बेड़े विच बैठ के समुंदर भी पार कर लईदा। ते जे बंदा कोई बेड़े चों बाहर निकलण की कोशिश करे ते समुंदर विच, बोलो खां जरा, डुब जांदा। गुरु ग्रंथ साहब जी साडे वास्ते बोएथे ने। ये बाणी दे लड़ लगांगे तर जावांगे, जे असीं बाणी छड्ड के पासे भटकांगे ना, फिर खसम छोड़ दूजे लगे डूबे से वणजारिया। ये हालत साडी हो जाएगी। गुरु कृपा करे। जिथे छोटे छोटे बच्चे बच्चे तुहानूं मैं एक सुनेहा देना चाहुंदा पुत्र, जदों स्कूल के एग्जाम हुंदे ने ना, उदों वेख के लिख दिओ कि जां जवानी लिख दिओ? बोलो बच्चों, फिर कविता भी जवानी बोलिया करनी, कॉन्फिडेंस वधेगा, तुहाडे अंदर दी ताकत वधेगी, बोलण दा स्टाइल तुहाडा बदलेगा। जदों तुसीं जवानी कविता बोलोगे। थे बहुत सारे बच्चों ने अगे पेज रखे सी, ते पर मेरा ना मन उदों निराशा दे आलम विच सी कि जे काश ये बच्चे, बड़ा वड्डा उपराला किया भाई साहब होना ने, नौजवान वीरां ने रल के, भी तुहानूं इत्थे स्टेज ते बुलाया। पर प्यारे बच्चों, ये मैं ये नहीं कह रहा भी तुसीं वेख के क्यों पढ़िया, मैं ये कह रहा भी आने वाले समय च जदों बोलो ना, उस वक्त पेज नहीं आपां रखने, जुबानी याद करके आउणा। पेपर की तैयारी करते हैं, टैसट हुंदा, तैयारी करते हैं, अध्यापक के सामने छाती ताण के खलो जाने, जी मैनूं टैसट आउंदा, मैं पढ़ के आया, मैं याद करके आया। पेपर में नकल नहीं मारते, जवानी असीं उत्थे पेपर लिख के आउने। पर इदां दी तैयारी करो, जदों साहिबजादियां दे जीवन नाल संबंधित तुसीं कवितावां गाओ, जदों तुसीं भी कोई लैक्चर करना, किसी विषय ते बोलना, उदों प्लीज़ तुसीं सारियां ने जुबानी बोलना। ठीक है प्यारे बच्चों, बड़ा सोहना उपराला कीता है। इत्थों दे प्रबंध दी शलाघायोग आपां सारे ही सिफत करदे हां भी बड़ा शलाघायोग उपराला कीता है। गुरु कृपा करे, इन्हां दिहाड़ियां ते असीं अपने बच्चिआं नूं, अपने नौजवानां नूं साहिबजादिआं दे जीवन तो जाणू करवाउंदे रहिए, ताकि साडी आउण वाली पनीरी गुरु दे लड़ लग के सिੱਖੀ वाला जीवन जीव के, गुरु ते भरोसा रख के अपने जीवन नूं सफला करे। बहुत बहुत सारियां संगतां दा धन्नवाद। ते गुरु नानक एजुकेशन सेवा सोसाइटी RS पुरा वल्लों ये जिहड़े समागम लीके गए सी, और वो वख-वख पिंडां दे विच उन्हां दा भी बहुत बहुत धन्नवाद। गुरमत ज्ञान मिशनरी कॉलेज लुधियाना वालों, इत्थों दे प्रबंध दा, गुरु घर दे वजीर ग्रंथी सिंह वीर दा, सारी संगत दा, गुरु घर दे कीर्तनियां दा, इन्हां प्यारे बच्चों दा सब दा तह दिलों धन्नवाद। शुक्र मेरे मालिक धन गुरु ग्रंथ साहब जी दा। आओ फतेह ना सांझ करो, भुल्ला ना चितार दे आखो जी वाहिगुरू जी का खालसा, वाहिगुरू जी की फतेह।